ਧੰਨ ਵਾਹਿਗੁਰੂ ਸਾਹਿਬ ਜੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਹਰਿ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਬੀਤ ਜਹ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ। ਸਮਝਤ ਨਾਰੀ ਅਜਾਨ, ਕਾਲ ਤਉ ਪਹੁੰਚਿਓ ਆਨ। ਕਹਾਂ ਜਹ ਭਾਜ ਰੇ, ਤੇਗ ਬਹਾਦਰ ਕੇ ਚਲਤ। ਭਇਓ ਜਗਤ ਕਉ ਸੋਗ, ਤੇਗ ਬਹਾਦਰ ਕੇ ਚਲਤ। ਭਇਓ ਜਗਤ ਕਉ ਸੋਕ, ਹੈ ਸਭ ਜਗ ਭਇਓ। ਜੈ 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 ਸੁਰਲੋਕ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਆਪ ਸਾਰੀਆਂ ਸੰਗਤਾਂ, ਜਿੰਨੀ ਵੀ ਆਪ ਸੰਗਤ ਹਲਦਵਾਨੀ ਦੇ ਇਸ ਇਲਾਕੇ ਤੇ ਦੂਰੋਂ ਨੇੜੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪਿਆਰ ਕਰਦੇ ਹੋ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਇਸਤਕਬਾਲ। ਅੱਜ ਉਹਨਾਂ ਦੀ ਸ਼ਹਾਦਤ ਵਾਲੇ ਦਿਹਾੜੇ, ਉਹਨਾਂ ਦੇ ਜੀਵਨ ਨੂੰ, ਉਹਨਾਂ ਦੀ ਬਾਣੀ ਨੂੰ ਕਥਾਵਾਚਕ ਕੀਰਤਨੀਆਂ ਸਿੰਘਾਂ ਪਾਸੋਂ ਸਰਵਣ ਕਰਨ ਆਇਓ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਜਿਹੜੀ ਹੈ ਨਾ, ਉਹ ਸ਼ਹਾਦਤ ਇਉਂ ਸਮਝੋ ਕਿ ਜੇ ਕੋਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਚੇਤੇ ਕਰੇ ਤੇ ਇਸ ਧਰਤੀ ਤੇ ਕਵੀਆਂ ਨੇ ਵੀ, ਭੱਟਾਂ ਨੇ ਵੀ ਲਿਖਿਆ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸਿਉ ਜੋੜੀਐ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਸਲ ਜ਼ਿੰਦਗੀ ਦੀ ਕਮਾਈ ਇਹ ਹੈ, ਸੱਚ ਇਹ ਹੈ। ਗੁਰੂ ਤੇਗ ਬਹਾਦਰ ਸਾਹਿਬ ਇਸ ਤੁਕ ਦੇ ਵਿੱਚ ਪੂਰਨ ਰੂਪ ਦੇ ਵਿੱਚ ਬਿਆਨ ਕੀਤੇ ਜਾ ਸਕਦੇ ਨੇ। ਵਾਹਾਂ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਵਾਹ ਨਾ ਛੋੜੀਐ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਚੇਤੇ ਕਰਦਾ ਤੇ ਸਤਿਗੁਰੂ ਜੀ ਦੀ ਯਾਦ, ਸਤਿਗੁਰੂ ਜੀ ਦੀ ਕਮਾਈ, ਸਤਿਗੁਰੂ ਜੀ ਦਾ ਜੀਵਨ, ਸਾਹਿਬ ਜੀ ਵੱਲੋਂ ਦਿੱਤੇ ਹੋਏ ਗੁਣਾਂ ਨੂੰ ਜਿਹੜਾ ਕਮਾਉਂਦਾ, ਤੇ ਜਦ ਵੀ ਉਹ ਗੁਰੂ ਨੂੰ ਯਾਦ ਕਰੇ, ਚੇਤੇ ਕਰੇ, ਤੇ ਸਤਿਗੁਰੂ ਜਦ ਕਿਸੇ ਦੀ ਬਾਂਹ ਫੜ ਲੈਣ, ਫਿਰ ਧਰਤੀ ਵੀ ਪੁੱਠੀ ਹੋ ਸਕਦੀ ਹੈ, ਹਵਾਵਾਂ ਵੀ ਰੁੱਖ ਬਦਲ ਸਕਦੇ ਨੇ, ਧਰਤੀ ਅਕੋਡੀ ਹੋ ਜਾਏ, ਇਸ ਧਰਤੀ ਤੇ ਪਹਾੜ ਖੰਭ ਲਾ ਕੇ ਵੀ ਉੱਡ ਜਾਣ, ਸੂਰਜ ਤੇ ਚੰਦਰਮਾ ਵੀ ਫਿੱਕਾ ਪੈ ਜੇ, ਠੰਡੇ ਪੈ ਜਾਣ ਸੂਰਜ ਵਰਗੇ ਵੀ, ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੁਭਾਅ ਨਹੀਂ ਛੱਡਣਗੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਸਵੇਰੇ ਦੇ ਦੀਵਾਨਾਂ ਦੇ ਵਿੱਚ ਆਪ ਸੰਗਤਾਂ ਦੇ ਨਾਲ ਜਿਹੜੀਆਂ ਵਿਚਾਰਾਂ ਕੀਤੀਆਂ ਸੀ, ਜਿੱਥੇ ਵਿਚਾਰ ਸੰਕੋਚੀ ਸੀ, ਅੱਜ ਦੇ ਇਸ ਸ਼ਾਮ ਦੇ ਦੀਵਾਨਾਂ ਵਿੱਚ ਦਾਸ ਉੱਥੋਂ ਹੀ ਵਿਚਾਰ ਆਰੰਭ ਕਰਨ ਦਾ ਯਤਨ ਕਰੇਗਾ। ਉਹ ਗੁਰੂ ਨਾਨਕ ਸਾਹਿਬ ਜੀ ਦਾ ਗੁਣ ਹੈ, ਰੱਖ ਗਰੀਬੀ ਵੇਸ। ਇਹ ਗਰੀਬੀ ਵੇਸ ਕੀ ਹੈ, ਇਹ ਗੁਣ ਕੀ ਹੈ? ਬਸ ਕੁੱਲ ਮਿਲਾ ਕੇ ਇਹ ਕਹਿ ਲਓ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾ ਕਿਸੇ ਧਰਮ ਦੇ ਭੇਖ ਨੂੰ,
ਨਾ ਕਿਸੇ ਧਰਮ ਦੇ ਚਿੰਨ੍ਹ ਨੂੰ, ਨਾ ਦਿਖਾਵੇ ਨੂੰ, ਨਾ ਦਿਖਦੇ ਪਸਾਰੇ ਨੂੰ ਕਬੂਲ ਕਰਦੀ ਹੈ ਜਿੰਨਾ ਚਿਰ ਤੱਕ ਅੰਦਰ ਫੋਕਾਪੁਨ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੁੱਲ ਮਿਲਾ ਕੇ ਇਹੀ ਸਮਝਾਉਂਦੀ ਹੈ ਕਿ ਜੇ ਅੰਦਰ ਚੰਗੇ ਗੁਣ ਨਹੀਂ ਤੇ ਫਿਰ ਮਹਾਰਾਜ ਕਹਿੰਦੇ ਬਾਹਰੋਂ ਜੋ ਮਰਜ਼ੀ ਹੋਏ, ਅੰਦਰੋਂ ਫੋਕਾ, ਅੰਦਰੋਂ ਚੰਗੇ ਗੁਣਾਂ ਦਾ ਧਾਰਨੀ ਨਹੀਂ, ਫਿਰ ਤੇਰੇ ਧਰਮ ਦੇ ਮਾਰਗ ਤੇ ਕੋਈ ਕੀਮਤ ਨਹੀਂ, ਤੇਰੀ ਗਿਣਤੀ ਨਹੀਂ ਸ਼ੁਰੂ ਹੋਈ। ਸੋ ਆਓ ਜੀ ਇਹਨਾਂ ਗੁਣਾਂ ਬਾਰੇ ਅਸੀਂ ਸ਼ੁਰੂ ਕਰੀਏ। ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਇਸ ਧਰਤੀ ਤੇ ਵਸਣ ਵਾਲਾ ਪਾਰਸੀ ਹੈ, ਭਾਵੇਂ ਕੋਈ ਗੋਰਾ ਹੈ, ਭਾਵੇਂ ਕੋਈ ਚਮੜੀ ਦਾ ਕਾਲਾ ਹੈ, ਕੋਈ ਉੱਚਾ ਕੋਈ ਨੀਵਾਂ, ਕੋਈ ਗਰੀਬ ਕੋਈ ਅਮੀਰ, ਬਸ ਸਾਰੀ ਗੱਲ ਇੱਥੇ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸ ਧਰਤੀ ਨੂੰ, ਹਰ ਇੱਕ ਇਨਸਾਨ ਨੂੰ, ਇਸ ਧਰਤੀ ਦੇ ਹਰ ਇੱਕ ਮਨੁੱਖ ਨੂੰ ਸੁਤੰਤਰ ਤੌਰ ਤੇ ਜੀਣ ਦੀ ਆਜ਼ਾਦੀ ਹੈ। ਸਤਿਗੁਰੂ ਜੀ ਦੀ ਸ਼ਹਾਦਤ ਧਰਮ ਦੀ ਆਜ਼ਾਦੀ ਲਈ, ਮਨੁੱਖਤਾ ਦੀ ਆਜ਼ਾਦੀ ਲਈ, ਜਾਂ ਇਸ ਤਰ੍ਹਾਂ ਕਹਿ ਲਈਏ ਕੁੱਲ ਮਿਲਾ ਕੇ ਸਤਿਗੁਰੂ ਜੀ ਦੀ ਸ਼ਹਾਦਤ ਮਨੁੱਖ ਦੇ ਸੁਤੰਤਰ ਤੌਰ ਤੇ ਮਾਨਸਿਕ ਆਜ਼ਾਦੀ ਦੀ। ਸਤਿਗੁਰੂ ਜੀ ਕਹਿੰਦੇ ਜੇ ਕੋਈ ਨਹੀਂ ਜੀ ਸਕਦਾ, ਜੇ ਕੋਈ ਜੀਣ ਦੇ ਵਿੱਚ ਮਨੁੱਖਤਾ ਦੀ ਲਈ ਵਿਘਨ ਪਾਏਗਾ, ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਹ ਸੱਚ ਸਦਾ ਹੀ ਚੇਤਾ ਕੀਤਾ ਜਾਏਗਾ। ਤੇ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕਰਨ ਵਾਲਾ, ਉਹਨਾਂ ਦੇ ਗੁਣਾਂ ਦਾ ਧਿਆਨ ਧਰਨ ਵਾਲਾ ਹਰ ਇੱਕ ਸਿੱਖ ਸ਼ਹਾਦਤ ਦੇਣ ਲਈ ਤਿਆਰ ਹੋਏਗਾ ਜਿਸ ਦਿਨ ਇਸ ਧਰਤੀ ਦੇ ਉੱਤੇ ਮਨੁੱਖਤਾ ਤੇ ਭੀੜ ਪਏਗੀ। ਸੋ ਗੁਰੂ ਤੇਗ ਬਹਾਦਰ ਸਾਹਿਬ ਤੇ ਨਾਲ ਤਿੰਨ ਸਿੰਘਾਂ ਦੀ ਸ਼ਹਾਦਤ ਇਹ ਸੱਚੀ ਮੁੱਚੀ ਮਨੁੱਖਤਾ ਦੀ ਆਜ਼ਾਦ ਸੁਤੰਤਰ ਸੋਚ ਤੇ ਧਰਮ ਦੀ ਆਜ਼ਾਦੀ ਲਈ ਹੈ। ਭਾਵੇਂ ਉਹ ਮੁਸਲਮਾਨ ਹੈ, ਕਿਉਂਕਿ ਕੱਲ ਦੀ ਵਾਹਿਗੁਰੂ ਅੱਜ ਸਵੇਰ ਦੀ ਵਿਚਾਰ ਹੀ ਇੱਥੋਂ ਸ਼ੁਰੂ ਕੀਤੀ ਸੀ ਕਿ ਮੁਸਲਮਾਨ ਮੋਮ ਦਿਲ ਹੋ ਗਏ, ਜਾਂ ਅਸੀਂ ਕਿਹਾ ਸੀ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਜਾਂ ਅਸੀਂ ਗੱਲ ਕੀਤੀ ਸੀ ਬ੍ਰਾਹਮਣ, ਕਿ ਉਹੀ ਬ੍ਰਾਹਮਣ ਹੈ ਕਿ ਜਿਹੜਾ ਜੋ ਬ੍ਰਹਮ ਦੀ ਪਛਾਣ ਕਰਦਾ ਹੈ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿੱਥੇ ਇਹ ਗੁਣ ਚਿੰਨ੍ਹਾਂ ਕਰਕੇ ਨਹੀਂ, ਮਹਾਰਾਜ ਕਹਿੰਦੇ ਜੇ ਚਿੰਨ ਨਹੀਂ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਭਾਂਡੇ ਕਾ। ਮੈਨੂੰ ਬਾਹਰੋਂ ਦਿਖਾਵਾ ਨਹੀਂ, ਮੈਨੂੰ ਦਇਆ ਦੇ ਸਕਦਾ ਹੈ ਤੂੰ, ਮੈਨੂੰ ਸੰਤੋਖ ਦੇ ਸਕਦਾ ਹੈ, ਜਤ ਦੀ ਕਮਾਈ ਮੇਰੇ ਅੰਦਰ ਪੈਦਾ ਕਰ ਸਕਦਾ ਹੈ, ਤੇ ਸਤ ਵਾਲਾ ਜੀਵਨ ਕਮਾਉਣ ਦੀ ਪ੍ਰੇਰਣਾ ਜੇ ਕੋਈ ਦੇ ਸਕਦਾ ਹੈ ਤੇ ਤਾਂ ਮੈਂ ਲਵਾਂ, ਤਾਂ ਮੈਂ ਮੰਨਾਂ, ਜੇ ਇਹ ਨਹੀਂ ਹੈ ਤੇ ਫਿਰ ਨਹੀਂ। ਤੇ ਇਹ ਹੀ ਸਤਿਗੁਰੂ ਜੀ ਨੇ ਮੁਸਲਮਾਨ ਦੀ ਨਮਾਜ਼ ਬਾਰੇ ਵੀ ਜ਼ਿਕਰ ਕੀਤਾ। ਸਤਿਗੁਰੂ ਜੀ ਇਹੀ ਕਹਿੰਦੇ ਕਿ ਭਾਈ ਅਸਲ ਦੇ ਵਿੱਚ ਧਰਮ ਦੇ ਗੁਣ ਜੇ ਅੰਦਰ ਨਹੀਂ ਹੈਗੇ, ਬਾਹਰੋਂ ਚਿੰਨ ਪ੍ਰਮਾਣ ਨਹੀਂ। ਬਾਬਾ ਸ਼ੇਖ ਫਰੀਦ 1173 ਦੀ 300 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਉਹ ਇਹੀ ਕਹਿ ਰਿਹਾ, ਫਰੀਦਾ ਕੰਨ ਮਸੁੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ ਬਾਹਰ ਦੀਸੈ ਚਾਨਣਾ ਦਿਲ ਹਨਿਆਰੀ ਰਾਤ। ਬਾਹਰੋਂ ਸਿਰਫ ਗਿਆਨ ਦੇ ਸੋਮੇ ਮੁਜਸਮੇ ਲਾਏ ਨੇ, ਦਿਖਾਵਾ ਕੀਤਾ ਕਿ ਗਿਆਨ ਬਹੁਤ ਹੈ, ਕਿਸ ਰਾਹੀਂ? ਧਰਮ ਦੇ ਚਿੰਨ੍ਹਾਂ ਰਾਹੀਂ। ਪਰ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਜੇ ਦਿਲ ਕਾਤੀ, ਦਿਲ 'ਚ ਕੈਂਚੀ ਲਈ ਫਿਰਦਾ ਹੈ, ਫਿਰ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਤੇਰੀ ਕਦੀ ਬਾਂਹ ਨਹੀਂ ਫੜੇਗਾ। ਜੇ ਦਿਲ ਦੇ ਵਿੱਚ ਗੁਣ ਨੇ, ਦਇਆ ਹੈ, ਸੰਤੋਖ ਹੈ, ਸਤ ਹੈ, ਤੇ ਰੋਜ਼ ਤੁਸੀਂ ਜਪ ਬਾਣੀ 'ਚ ਪੜ੍ਹਦੇ ਹੋ। ਜੋਗੀਆਂ ਨੂੰ ਵੀ ਇਹ ਕਿਹਾ, ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ। ਕੁੱਲ ਮਿਲਾ ਕੇ ਜੇ ਸੁਹਿਰਦ ਮਨੁੱਖ ਨਹੀਂ ਬਣ ਸਕਿਆ, ਫਿਰ ਮਹਾਰਾਜ ਕਹਿੰਦੇ ਉਹ ਧਰਮੀ ਵੀ ਨਹੀਂ ਬਣ ਸਕਦਾ। ਬੰਦਾ ਨਹੀਂ ਬਣਿਆ, ਫਿਰ ਉਹ ਬੰਦਾ ਧਰਮੀ ਨਹੀਂ ਬਣ ਸਕਦਾ। ਤੇ ਫਿਰ ਜਿਹੜਾ ਬੰਦਾ ਧਰਮੀ ਨਹੀਂ ਹੈ, ਉਹ ਪਹਿਲਾਂ ਬਣੇਗਾ ਪਸ਼ੂ, ਮਨੁੱਖ ਤੋਂ ਗਿਰ ਕੇ ਬਣੇਗਾ ਪਸ਼ੂ, ਪਸ਼ੂ ਤੋਂ ਗਿਰ ਕੇ ਬਣੇਗਾ ਉਹ ਪ੍ਰੇਤ, ਤੇ ਪ੍ਰੇਤ ਤੋਂ ਗਿਰ ਕੇ ਉਹ ਬਣੇਗਾ ਜਿੰਨ। ਇਹ ਬਾਣੀ ਦੇ ਵਿੱਚ ਤਿੰਨਾਂ ਜ਼ਿਕਰ ਮੈਂ ਅਜੇ ਫਤਿਹ ਗਜਾਉਣੀ ਹੈ, ਪਰ ਪਹਿਲਾਂ ਮੂਲ ਰੂਪ ਦੇ ਵਿੱਚ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੇ ਸਾਹਿਬ ਜੀ ਦੀ ਸ਼ਹਾਦਤ ਦਾ ਕਾਰਨ ਕੀ ਸੀ? ਪਹਿਲੀ ਗੱਲ, ਜਿਹੜਾ ਨਾਮ ਨਹੀਂ ਜਪਦਾ ਕਰਤੂਤ ਪਸ਼ੂ ਕੀ, ਪਸ਼ੂ ਵਾਲੀ ਬਿਰਤੀ ਅੰਦਰ ਬਣੀ। ਦੂਸਰਾ, ਪ੍ਰੇਤ ਜੇ ਹੋਰ ਗਿਰ ਜਾਏ, ਮਹਾਰਾਜ ਕਹਿੰਦੇ ਕਲਮ ਹੈ ਪ੍ਰੇਤ ਜਿਨ ਰਾਮ ਨਾ ਪਛਾਤਾ, ਪ੍ਰੇਤ ਹੋ ਗਿਆ ਜੀ। ਤੇ ਪ੍ਰੇਤਾਂ ਤੱਕ ਬਸ ਨਹੀਂ, ਜਿਨ ਤੱਕ ਮਹਾਰਾਜ ਜੀ ਨੇ ਕਿਹਾ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਮਹਾਰਾਜ ਕਹਿੰਦੇ ਸਰੀਰ ਮਨੁੱਖਾਂ ਵਰਗੇ ਨੇ, ਬਾਹਰੋਂ ਚਿੰਨ ਜਿੰਨੇ ਮਰਜ਼ੀ ਪਾਏ ਹੋਣ, ਧਰਮੀ ਕਹਾਉਂਦਾ ਹੋਏ, ਪਰ ਮਹਾਰਾਜ ਕਹਿੰਦੇ ਅੰਦਰੋਂ ਪਸ਼ੂ ਪ੍ਰੇਤ ਤੇ ਜਿੰਨ ਵਰਗਾ ਹੀ ਹੈ।
ਇਹ ਪ੍ਰਮਾਣ ਨਹੀਂ। ਪਰ ਹਾਂ, ਜਿਹਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦਾ ਰੰਗ ਚੜ ਗਿਆ, ਬਾਹਰੋਂ ਜਿਹੋ ਜਿਹਾ ਮਰਜ਼ੀ ਹੋਏ। ਤੇ ਅਸੀਂ ਆਸਾ ਕੀ ਵਾਰ 'ਚ ਪੜ੍ਹਦੇ ਹਾਂ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਥ ਜੇ ਨਾ ਵੈ ਉਤਰੈ ਨਾਹੀ ਮੈਲ। ਪਰ ਅਗਲਾ ਬਚਨ, ਜਿਨ ਪਟ ਅੰਦਰ ਬਾਹਰ ਗੁੱਦੜ, ਜਿਹਦੇ ਅੰਦਰ ਚੰਗੇ ਗੁਣ ਆ ਗਏ ਨੇ ਨਾ, ਉਹਦਾ ਅੰਦਰ ਰੇਸ਼ਮ ਵਰਗਾ ਹੈ। ਤੇ ਜਦ ਰੇਸ਼ਮ ਦੀ ਤੰਦ ਖਿੱਚੀ ਜਾਂਦੀ ਹੈ ਨਾ ਕੀੜੇ ਤੋਂ, ਉਹ ਲਗਾਤਾਰ ਨਿਕਲਦੀ ਹੈ ਬਿਨਾਂ ਟੁੱਟੇ। ਤੇ ਜਿਹਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਣ ਪੈਦਾ ਹੋ ਜਾਣਗੇ ਨਾ, ਅੰਦਰੋਂ ਗੁਣ ਇਉਂ ਨਿਕਲਣਗੇ ਇੱਕ ਰੂਪ ਦੇ ਵਿੱਚ, ਜਿਹੜੇ ਕਦੀ ਖਤਮ ਨਹੀਂ ਹੋਣਗੇ। ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹੋ ਲੱਗਾ ਰੱਬ ਸੇਤੀ ਦੇਖਣਾ ਵਿਚਾਰ। ਆਓ ਜੀ, ਇਹ ਰੱਬ ਦਾ ਰੰਗ ਜਿਨ੍ਹਾਂ ਦੇ ਅੰਦਰ ਲੱਗਾ ਹੈ, ਉਹ 3 ਸਿੱਖ ਜਿਹੜੇ ਸ਼ਹੀਦ ਹੋਏ, ਸਤੀਦਾਸ ਮਤੀਦਾਸ ਭਾਈ ਦਿਆਲਾ ਸਾਹਮਣੇ, ਉਹਨਾਂ ਦੇ ਅੰਦਰ ਦੇ ਰੰਗ ਦੀ ਗੱਲ ਕਰੀਏ। ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇਖ ਕੇ ਕਹਿੰਦੇ ਆ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਵੇਖ ਕੇ ਕਹਿੰਦੇ ਆ, ਮਤੀਦਾਸ ਜਦ ਆਰੇ ਦੇ ਨਾਲ 2 ਫਾੜ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਆ, ਭਾਈ ਮਤੀਦਾਸ ਧੰਨ ਸਿੱਖੀ। ਦੋਨੋਂ ਇੱਕ ਦੂਸਰੇ ਨੂੰ ਧੰਨ ਕਿਵੇਂ? ਆ ਪ੍ਰੇਮ ਹੈ ਗੁਰੂ ਦਾ ਸਿੱਖ ਲਈ, ਸਿੱਖ ਦਾ ਗੁਰੂ ਲਈ। ਆਓ ਜੀ, ਇਹਦੇ ਦਰਸ਼ਨ ਕਰੀਏ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸਵੇਰੇ ਵੀ ਬੇਨਤੀ ਕੀਤੀ ਸੀ, ਨਿਰੋਲ ਅੰਮ੍ਰਿਤ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਇਉਂ ਪ੍ਰਤੀਤ ਕਰੋਗੇ ਗੁਰੂ ਕੇ ਸਿੱਖੋ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਹਾਨੂੰ ਆਪਣੇ ਸੀਨੇ ਨਾਲ ਲਾਇਆ ਹੋਇਆ। ਬਖਸ਼ੋ ਅਸੀਸ, ਕੋਈ ਵੀ ਰਸਨਾ ਵਿਰਵੀ ਨਾ ਰਹੇ, ਗੱਜ ਵੱਜ ਕੇ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੈ ਜੈ ਬੰਤੀ ਦਾ ਜਿਹੜਾ ਆਖਰੀ ਸ਼ਬਦ ਹੈ ਨਾ, ਉਹ ਡੰਡੌਤ 'ਚ ਵੀ ਪੜਿਆ। ਮਹਾਰਾਜ ਕਹਿੰਦੇ, ਬੀਤ ਜਹ ਜਨਮ ਆਕਾਜ ਰੇ। ਤੇਰਾ ਜਨਮ ਕਿਸੇ ਕੰਮ ਦਾ ਨਹੀਂ ਆਇਆ ਜੇ ਤੇਰੇ ਜਨਮ ਦੇ ਅੰਦਰ ਸੰਤੋਖ, ਤੇਰੇ ਜੀਵਨ ਦੇ ਅੰਦਰ ਦਇਆ, ਤੇਰੇ ਜੀਵਨ ਦੇ ਅੰਦਰ ਜਤ ਤੇ ਸਤ ਨਹੀਂ ਪੈਦਾ ਹੋਇਆ, ਕੋਈ ਕੰਮ ਨਹੀਂ। ਤੇ ਰੋਜ਼ ਪੜ੍ਹਦੇ ਹਾਂ, ਭੁਗਤ ਗਿਆਨ ਦਇਆ ਭੰਡਾਰਨ। ਆ ਇੱਥੇ ਨਾਲ ਹੀ ਸਿਰਫ 60-70 ਕਿਲੋਮੀਟਰ ਨਾਨਕ ਮਤਾ ਗੁਰਦੁਆਰਾ ਸਾਹਿਬ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਸੀ, ਜੋਗੀਓ ਤੁਸੀਂ ਭੰਡਾਰਾ ਕਰਾਉਂਦੇ ਹੋ ਤੇ ਚੂਰਮਾ ਵੰਡਦੇ ਹੋ, ਤੁਸੀਂ ਧਿਆਨ ਲਾਉਣ ਲੱਗਦੇ ਹੋ ਤੇ ਸ਼ਰਾਬ ਦਾ ਪਿਆਲਾ ਅੱਗੇ ਰੱਖਦੇ ਹੋ। ਉਹ ਜੋਗੀ ਸੁਣੋ, ਮੈਂ ਆਪਣੇ ਸਿੱਖਾਂ ਨੂੰ ਭੁਗਤ ਗਿਆਨ ਦਇਆ ਭੰਡਾਰਨ, ਚੂਰਮਾ ਵੀ ਦੇਤਾ ਗਿਆਨ ਦਾ, ਤੇ ਨਾਮ ਦੀ ਸ਼ਰਾਬ ਦਾ ਨਸ਼ਾ ਵੀ ਦੇਤਾ। ਮੈਨੂੰ ਇਹ ਲੋੜ ਨਹੀਂ, ਨਾ ਮੇਰੇ ਸਿੱਖ ਨੂੰ ਲੋੜ ਹੈ। ਭੁਗਤ ਗਿਆਨ, ਭੁਗਤ ਕਹਿੰਦੇ ਚੂਰਮਾ, ਕਹਿੰਦੇ ਇਹ ਮੈਂ ਗਿਆਨ ਦਾ ਆਪਣੇ ਸਿੱਖਾਂ ਨੂੰ ਦਿੱਤਾ। ਤੇ ਇਹ ਭੰਡਾਰਾ ਕੋਈ ਤੁਹਾਡਾ ਬਾਹਰ ਵਰਗਾ ਸਿੰਗੀ ਵਜਾ ਕੇ ਭੰਡਾਰਾ ਨਹੀਂ ਲੱਗਦਾ, ਤੁਸੀਂ ਇਕੱਠੇ ਹੁੰਦੇ ਹੋ, ਨਹੀਂ। ਦਇਆ ਭੰਡਾਰਨ, ਦਇਆ ਦਾ ਭੰਡਾਰ ਮੇਰੇ ਗੁਰੂ ਕੇ ਸਿੱਖ ਦੇ ਹਿਰਦੇ ਵਿੱਚ ਹੈ। ਘਟ ਘਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਇੱਥੇ ਰਿੱਧੀ ਸਿੱਧੀ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ, ਬੀਤ ਜਹ ਜਨਮ ਅਕਾਜਰੇ। ਨਿਸ ਦਿਨ ਸੁਣ ਕੇ ਪੁਰਾਨ, ਸਮਝਤ ਨਾ ਰੇ ਅਜਾਨ। ਬਾਹਰੋਂ ਤੇ ਚਿੰਨ ਨੇ ਧਰਮ ਦੇ, ਬਾਹਰੋਂ ਤੇ ਤੂੰ ਸੁਣ ਰਿਹਾ ਗਿਆਨ ਤੇ ਧਿਆਨ ਦੀਆਂ ਗੱਲਾਂ। ਨਿਸ ਦਿਨ ਸੁਣ ਕੇ ਪੁਰਾਨ, ਸਮਝਤ ਨਾ ਰੇ ਅਜਾਨ। ਕਾਲ ਤਉ ਪਹੁੰਚਿਓ ਆਨ, ਕਹਾਂ ਜਹ ਭਾਜਰੇ। ਰੱਬ ਨੂੰ ਕੀ ਮੂੰਹ ਦਿਖਾਏਗਾ, ਕਿੱਥੇ ਭੱਜ ਕੇ ਜਾਏਗਾ ਜੇ ਤੇਰੇ ਅੰਦਰ ਗੁਣ ਹੀ ਨਹੀਂ। ਜੇ ਰੱਬ ਦੀ ਦਿੱਤੀ ਹੋਈ ਦਾਤ ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਜਪੋਗੇ ਤੇ ਆਨੰਦ ਬਣੇਗਾ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ। ਤੇ ਇਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਿਹਾ ਹੈ ਕਿ ਬੰਦਿਆ, ਰਾਮ ਸਿਮਰ ਇਹ ਹੈ ਤੇਰਾ ਕਾਜ ਹੈ। ਤੇਰੇ ਕਾਜ ਹੀ ਇਹ ਹੈ, ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸ਼ਰਨ ਲਾਗ। ਤੇ ਇੱਥੇ ਜਿੰਨਾ ਕੁਝ ਦਿਖਦਾ ਪਸਾਰਾ ਹੈ ਨਾ, ਜਗਤ ਮੋਹ ਮਾਨ ਮਿਥਿਆ, ਇਹ ਸਭ ਮਹਾਰਾਜ ਕਹਿੰਦੇ ਮਿਥਿਆ ਹੈ। ਮਿਥਿਆ ਮਤਲਬ ਸਭ ਬਿਨਸ ਜਾਣ ਵਾਲਾ ਹੈ। ਗੁਰੂ ਨਾਨਕ ਸਾਹਿਬ ਮੱਕੇ ਮਦੀਨੇ ਗਏ, ਕਹਿੰਦੇ ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਗੁਰੂ ਨਾਨਕ ਸਾਹਿਬ ਸੱਚ ਕੀ ਹੈ? ਮਹਾਰਾਜ ਕਹਿੰਦੇ ਸੁਣੋ, ਜਿਹਨੂੰ ਤੁਸੀਂ ਸੱਚ ਮੰਨੀ ਬੈਠੇ ਹੋ ਉਹ ਝੂਠ ਹੈ।
ਤੇ ਜਿਸ ਤੋਂ ਤੁਸੀਂ ਦੂਰ ਹੋਈ ਬੈਠੇ ਹੋ ਉਹੀ ਸੱਚ ਹੈ। ਕਹਿੰਦੇ ਸਮਝ ਨਹੀਂ ਆਏ, ਜਿਸ ਜਗਤ ਨੂੰ ਸੱਚ ਮੰਨੀ ਬੈਠੇ ਹੋ ਉਹ ਝੂਠ ਹੈ, ਤੇ ਜਿਸ ਰੱਬ ਤੋਂ ਟੁੱਟੀ ਬੈਠੇ ਹੋ ਉਹੀ ਸੱਚ ਹੈ। ਤੇ ਮਹਾਰਾਜ ਜੀ ਨੇ ਇੱਕ ਬਚਨ ਕੀਤਾ ਕਿ ਦੁਨੀਆ ਮੁਕਾਮੇ ਫਾਨੀ, ਦੁਨੀਆ ਸਭ, ਸਾਰੀ ਦੁਨੀਆ ਦਿਖਦੀ ਹੋਈ ਸਭ ਮਿੱਥਿਆ, ਇੱਕ ਦਿਨ ਫਨਾ ਹੋਏਗੀ, ਕੋਈ ਇੱਥੇ ਜਿਉਂਦਾ ਨਹੀਂ ਰਹੇਗਾ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰਮੂਏ ਇਜ਼ਰਾइल ਗਿਰਫਤੈਂ ਦਿਲ ਹੇਚ ਨਾ ਦਾਨੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਸਿਰ ਉੱਤੇ ਮੌਤ ਦਾ ਫਰਿਸ਼ਤਾ ਬੈਠਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਤੇ ਇਹੀ ਕਹਿ ਰਹੇ ਕਿ ਦੁਨੀਆ ਨਿਸ ਦਿਨ ਸੁਣ ਕੇ ਪੁਰਾਨ, ਸਮਝਤ ਨਾ ਰੇ ਅਜਾਨ, ਕਾਲ ਤੋਹੇ ਪਹੁੰਚੇ ਆਨ, ਤੇਰੇ ਸਿਰ ਤੇ ਮੌਤ ਮੰਡਰਾ ਰਹੀ ਹੈ, ਕਿੱਥੇ ਤੂੰ ਭੁੱਲੀ ਫਿਰਦਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਹੈ ਖਾਕ ਨੂਰ ਕਰਦਮ ਆਲਮ ਦੁਨੀਆਏ, ਤੇਰਾ ਸਰੀਰ ਮਿੱਟੀ ਹੈ ਤੇ ਮਿੱਟੀ ਹੋ ਜਾਏਗਾ ਜਿੰਨਾ ਚਿਰ ਤੱਕ ਉਹਦਾ ਨੂਰ ਹੈ ਨਾ ਵਾਹਿਗੁਰੂ ਦਾ ਤੇਰੇ ਵਿੱਚ, ਤੂੰ ਉਡਿਆ ਫਿਰਦਾ ਤੇ ਤੁਰਿਆ ਫਿਰਦਾ। ਇਹ ਖਾਕ ਹੈ, ਇਹ ਨੂਰ ਉਹਦਾ। ਖਾਕ ਨੂਰ ਕਰਦਮ ਆਲਮ ਦੁਨੀਆਏ, ਅਸਮਾਨ ਜ਼ਿਮੀ ਦਰਖਤ ਆਬ, ਪੈਦਾਇਸ਼ ਖੁਦਾਏ, ਇਹ ਸਭ ਉਹਨੇ ਬਣਾਇਆ ਹੈ। ਪਰ ਯਾਦ ਰੱਖੀ ਕਿੱਥੇ ਅਸਮਾਨ ਨੂੰ ਵੇਖ ਕੇ ਖੁਦਾ ਯਾਦ ਆਇਆ ਤੈਨੂੰ? ਕਦੀ ਇਹ ਕਿਹਾ ਗगन में थाल रब चंद दीपक बने, तारका मंडल जनक मोती? नहीं, ਅਸਮਾਨ ਵੇਖ ਕੇ ਇਹ ਯਾਦ ਆਇਆ ਕਿ ਮੈਂ ਅਸਮਾਨ ਨੂੰ ਵੀ ਤਾਕੀਆਂ ਲਾ ਦਾਂ, ਮੈਂ ਅਸਮਾਨ ਤੇ ਵੀ ਆਪਣਾ ਸਿਰ ਉੱਚਾ ਕਰ ਦਾਂ। ਤੇ ਬਾਬਾ ਸ਼ੇਖ ਫਰੀਦ ਕਹਿੰਦੇ ਜਿੰਨਾ ਮਰਜ਼ੀ ਉੱਚਾ ਕਰ ਲੈ, ਪਾਪ ਕਰਕੇ ਤੂੰ ਘਰ 'ਚ ਦੌਲਤ ਲਿਆਏਂਗਾ, ਗੁਰੂ ਤੇਗ ਬਹਾਦਰ ਸਾਹਿਬ ਦੇ ਗੁਣਾਂ ਤੋਂ ਤੂੰ ਜੇ ਵਾਂਝਾ ਰਹਿ ਜਾਏਗਾ, ਯਾਦ ਰੱਖੀ ਉਨੀ ਡੂੰਗੀ ਤੇਰੀ ਕਬਰ ਖੁਦੇਗੀ। ਬਾਬਾ ਸ਼ੇਖ ਫਰੀਦ ਕਹਿੰਦੇ ਜੇ ਰੱਬ ਦੇ ਗੁਣਾਂ ਤੋਂ ਬਾਹਰ ਰਹਿ ਗਿਆ ਨਾ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਆ ਵੀ ਦੱਸਿਆ ਕਿ ਜ਼ਿਮੀ ਪੁੱਛੇ ਅਸਮਾਨ, ਫਰੀਦਾ ਖੇਵਟ ਕਿਨ ਗਏ। ਅਸਮਾਨ ਤੇ ਜ਼ਮੀਨ ਆਪਸ 'ਚ ਗੱਲ ਕਰ ਰਹੇ ਨੇ, ਕਹਿੰਦੇ ਉਹ ਬੰਦੇ ਕਿੱਥੇ ਗਏ ਜ਼ਮੀਨ ਜਿਹੜੇ ਕਹਿੰਦੇ ਸੀ ਕਿ ਅਸੀਂ ਅਸਮਾਨ 'ਚ ਵੀ ਟਾਕੀਆਂ ਲਾ ਦਾਂਗੇ, ਅਸੀਂ ਅਸਮਾਨ ਤੋਂ ਵੀ ਉੱਚੇ ਹੋ ਜਾਾਂਗੇ। ਤੇ ਜ਼ਮੀਨ ਕਹਿੰਦੀ ਹੈ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਕਿ ਥੋੜੇ ਦਿਨਾਂ ਦਾ ਉਹਨਾਂ ਕੋਲ ਵੇਲਾ ਸੀ। ਕਹਿੰਦੇ ਪਾਪ ਉਹ ਕਰਦੇ ਗਏ, ਆਤਮਾ ਉਹਨਾਂ ਦੀ ਦੁੱਖ ਭੋਗ ਰਹੀ ਹੈ ਤੇ ਸਰੀਰ ਉਹਨਾਂ ਦਾ ਕੀੜੇ ਖਾ ਰਿਹਾ ਮੇਰੇ ਵਿੱਚ। ਆਹੀ ਕਿਹਾ ਜ਼ਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ, ਕਿੱਥੇ ਗਏ ਹੋ? ਬੜੇ ਫੂਕਰੀਆਂ ਮਾਰਦੇ ਸਨ ਲੋਕ, ਬੜੇ ਉੱਡੇ ਫਿਰਦੇ ਸਨ। ਤੇ ਅੱਗੋਂ ਜ਼ਮੀਨ ਪਤਾ ਕੀ ਕਹਿੰਦੀ ਹੈ? ਕਹਿੰਦੇ ਜਾਲਨ ਗੋਰਾ ਨਾਲ ਉਲਾਮੇ ਜੀ ਸਏ, ਕਹਿੰਦੇ ਹਾਂ ਸੜਦੇ ਪਏ ਨੇ, ਕਹਿੰਦੇ ਲੋਥਾਂ ਉਹਨਾਂ ਦੀਆਂ ਸੜਦੀਆਂ ਪਈਆਂ ਨੇ ਮੇਰੀ ਕਬਰਾਂ ਵਿੱਚ, ਤੇ ਉਹਨਾਂ ਦੀਆਂ ਆਤਮਾਵਾਂ ਦੁੱਖ ਪਾ ਰਹੀਆਂ ਨੇ ਰੱਬ ਤੋਂ ਟੁੱਟ ਕੇ। ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੋ ਹੋਇਆ, ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪਿੰਡੇ ਤੇ ਹੰਡਾਇਆ, ਉਹ ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਭਾਸ਼ਾ ਹੈ। ਕਿਵੇਂ? ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਧਰਮ ਦੀ ਆਜ਼ਾਦੀ, ਦਿੱਲੀ ਦੀ ਧਰਤੀ ਤੁਗਲਕ ਦਾ ਰਾਜ। ਮੁਹੰਮਦ ਬਿਨ ਤੁਗਲਕ ਕਹਿੰਦਾ ਕਿ ਇਸ ਧਰਤੀ ਤੇ ਸੁਣਿਆ ਮਹਾਰਾਸ਼ਟਰ ਦੀ ਧਰਤੀ ਤੋਂ ਕੋਈ ਭਗਤ ਆਇਆ, ਤੇ ਲੋਕੀ ਕਹਿੰਦੇ ਹਾਂ, ਕਹਿੰਦੇ ਨਾਮਦੇਵ ਰੱਖਿਆ ਉਹਨੇ ਨਾਮ ਆਪਣਾ। ਕਹਿੰਦੇ ਕੀ ਜਪਦਾ? ਕਹਿੰਦਾ ਪਤਾ ਨਹੀਂ, ਕਹਿੰਦੇ ਈਬੈ ਬੀਠੁਲ ਊਬੈ ਬੀਠੁਲ, ਬੀਠੁਲ ਬਿਨ ਸੰਸਾਰ ਨਹੀਂ। ਕਹਿੰਦੇ ਦਿਨ ਰਾਤ ਬੀਠੁਲ ਬੀਠੁਲ ਕਰਦਾ ਰਹਿੰਦਾ। ਕਹਿੰਦਾ ਕਿਹੜਾ ਬੀਠੁਲ? ਕਹਿੰਦਾ ਕੋਈ ਦੇਵ, ਕੋਈ ਮੂਰਤੀ। ਤੇ ਮੁਹੰਮਦ ਬਿਨ ਤੁਗਲਕ ਦੇ ਸੈਨਿਕ ਕਹਿੰਦੇ ਨਹੀਂ ਨਹੀਂ ਨਹੀਂ, ਉਹਦੇ ਲਈ ਤੇ ਬੀਠੁਲ ਹੀ ਖੁਦਾ ਸਭ ਕੁਝ ਹੈ। ਕਹਿੰਦੇ ਉਹਨੂੰ ਫੜ ਕੇ ਲਿਆਓ, ਉਹਨੂੰ ਪੁੱਠਾ ਟੰਗੋ ਤੇ ਕਹੋ ਬੀਠੁਲ ਛੱਡੇ ਤੇ ਖੁਦਾ ਬੋਲੇ। ਇਹ ਧਰਮ ਦੀ ਆਜ਼ਾਦੀ ਦੀ ਗੱਲ ਹੈ। ਕੱਲੀ ਧਰਮ ਦੀ ਆਜ਼ਾਦੀ ਗੁਰੂ ਤੇਗ ਬਹਾਦਰ ਸਾਹਿਬ ਨੇ ਨਹੀਂ ਡਟ ਕੇ ਦਾ ਸਾਹਮਣਾ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਇੱਕ ਅੱਖਰ ਧਰਮ ਦੀ ਆਜ਼ਾਦੀ ਦੀ ਪਰਿਭਾਸ਼ਾ ਦੇ ਰਿਹਾ, ਮਨੁੱਖ ਦੀ ਸੁਤੰਤਰਤਾ ਦੀ ਪਰਿਭਾਸ਼ਾ ਦੇ ਰਿਹਾ। ਇਹੀ ਸਵੇਰੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਏ, ਕੋਈ ਨਾਵੈ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ, ਕੋਈ ਪੜੈ ਵੇਦ, ਕੋਈ ਕਤੇਬ, ਕੋਈ ਓੜੈ ਨੀਲ, ਕੋਈ ਸਫੇਦ। ਤੇ ਇੱਥੇ ਤੱਕ ਕੋਈ ਆਖੈ ਤੁਰਕ, ਕੋਈ ਆਖੈ ਹਿੰਦੂ, ਕੋਈ ਬਾਂਛੈ ਬਹਿਸ਼ਟ, ਕੋਈ ਸਰਗਿੰਦੂ। ਦੁਨੀਆ ਦੇ ਲੋਕੋ ਯਾਦ ਰੱਖਿਓ, ਜਿੰਨਾ ਚਿਰ ਤੱਕ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਨੇ, ਉਹਨਾਂ ਚਿਰ ਤੱਕ ਤੁਹਾਡੀ ਕੋਈ ਵੀ ਆਜ਼ਾਦੀ ਨਹੀਂ ਖੋ ਸਕਦਾ। ਇਸ ਧਰਤੀ ਤੇ ਕੋਈ ਵੀ ਮਨੁੱਖਤਾ ਤੇ ਧਰਮ ਦੀ ਆਜ਼ਾਦੀ ਨਹੀਂ ਖੋ ਸਕਦਾ ਜਿੰਨੇ ਚਿਰ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼। ਔਰ ਯਾਦ ਰੱਖਿਓ ਇਹ ਉਪਦੇਸ਼ ਜੁਗੋ ਜੁਗ ਅਟਲ ਹੈ। ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਤੇ ਧਰਮ ਦੀ ਆਜ਼ਾਦੀ ਬਹੁਤ ਲੋਕਾਂ ਨੇ ਖੋਈ।
ਤੇ ਸੁਲਤਾਨ ਮੁਹੰਮਦ ਬਿਨ ਤੁਗਲਕ ਕਹਿੰਦਾ ਖੁਦਾ ਬੋਲ ਰਾਮ ਛੱਡ। ਤੇ ਇਹ ਜ਼ਿਕਰ ਹੈ ਬਾਣੀ ਦੇ ਵਿੱਚ। ਸੁਲਤਾਨ ਪੁੱਛਿਆ ਸੁਣਵੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਦੱਸ ਮੈਨੂੰ ਕਿਹੜੀ ਤੇਰੀ ਕਰਾਮਾਤ ਹੈ ਬੰਦਗੀ ਦੀ, ਹੁਣੇ ਮੈਂ ਤੇਰੀ ਚੰਮ ਲਾ ਦਾਂ ਪੁੱਠੇ ਟੰਗ ਕੇ, ਕਿੱਥੇ ਤੇਰਾ ਰੱਬ। ਤੇ ਨਾਮਦੇਵ ਕਹਿੰਦਾ ਤੂੰ ਜੋ ਮਰਜ਼ੀ ਕਰ। ਤੇ ਤੁਗਲਕ ਕਹਿੰਦਾ ਮੈਂ ਤੈਨੂੰ ਛੱਡ ਦਾਂਗਾ ਇੱਕੋ ਸ਼ਰਤ ਤੇ। ਕਹਿੰਦਾ ਕੀ? ਕਹਿੰਦੇ ਮੇਰੇ ਵਾਸਤੇ ਖੁਦਾ ਬੋਲ ਦੇ, ਤੂੰ ਕਰੀਮ ਬੋਲ ਦੇ, ਰਹੀਮ ਬੋਲ ਦੇ, ਤੈਨੂੰ ਖਲਾਸੀ। ਇਹ ਇਕੱਲਾ ਇਹਦੇ ਨਾਲ ਨਹੀਂ, ਭਗਤ ਨਾਮਦੇਵ ਨਾਲ ਨਹੀਂ, ਕਬੀਰ ਸਾਹਿਬ ਨਾਲ ਵੀ ਹੋਇਆ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਜੰਜੀਰ ਬਾंध ਕੇ ਖਰੇ ਕਬੀਰ। ਇਹ ਭਗਤ ਰਵਿਦਾਸ ਨਾਲ ਵੀ ਹੋਇਆ। ਕਿਹੜਾ? ਕਬੀਰ ਭਗਤ ਰਵਿਦਾਸ ਤੇ ਬਾਣੀ ਦੇ ਵਿੱਚ ਜ਼ਿਕਰ ਕਰਦੇ ਆ। ਕਹਿੰਦੇ ਮੇਰੇ ਨਾਲ ਵੀ ਧੱਕਾ ਹੋਇਆ। ਕਿਹੜਾ? ਕਹਿੰਦੇ ਮੈਨੂੰ ਲੋਕਾਂ ਨੇ ਬਨਾਰਸ ਦੀ ਗਲੀਆਂ ਦੇ ਵਿੱਚ ਤਿਤਕਾਰ ਕੇ ਬੁਲਾਇਆ, ਨੀਵਾ ਨੀਵਾ ਆਖਿਆ, ਮਾੜਾ ਮਾੜਾ ਆਖਿਆ, ਧੱਕੇ ਮਾਰੇ। ਕਹਿੰਦੇ ਇਥੋਂ ਮੁਸ਼ਕ ਆਉਂਦੀ ਹੈ ਚੰਮ ਦੀ, ਇਹ ਰੱਬ ਦੀ ਬੰਦਗੀ ਕਿਵੇਂ ਕਰ ਸਕਦਾ ਹੈ? ਇਹ ਤੇ ਨੀਵੀਂ ਜਾਤ ਦਾ, ਧਰਮ ਦੀ ਆਜ਼ਾਦੀ ਦੀ ਗੱਲ ਹੈ ਨਾ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚੋਂ ਦੇਖੀ ਤੇ ਜ਼ਿਕਰ ਕੀਤਾ। ਭਗਤ ਰਵਿਦਾਸ ਜੀ ਕਹਿੰਦੇ ਮੇਰੇ ਨਾਲ ਕੀ ਧੱਕਾ ਕੀਤਾ? ਕਹਿੰਦੇ ਮੈਨੂੰ ਚੰਮ ਢੋਣ ਵਾਲਾ ਆਖਿਆ ਔਰ ਇਹ ਜ਼ਿਕਰ ਕੀਤਾ। ਔਰ ਕਬੀਰ ਸਾਹਿਬ ਨੂੰ ਜੁਲਾਹਾ ਆਖਿਆ ਗਿਆ। ਸੈਣ ਨਾਈ ਨੂੰ ਬੁੱਤੀਆਂ ਕਰਨ ਵਾਲਾ, ਉਹ ਕਿਵੇਂ ਰੱਬ ਦਾ ਨਾਮ ਲੈ ਸਕਦਾ ਨੀਵੀਂ ਜਾਤ ਵਾਲਾ? ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਲਹਾਰ ਜਾਈਏ, ਗੁਰੂ ਨਾਨਕ ਸਾਹਿਬ ਤੋਂ ਬਲਹਾਰ ਜਾਈਏ। ਜਿਨ੍ਹਾਂ ਨੇ ਧਰਮ ਦੀ ਆਜ਼ਾਦੀ ਲਈ ਆਵਾਜ਼ ਚੱਕੀ, ਉਹਨਾਂ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਬਰਾਬਰ ਦੀ ਅਵਸਥਾ ਦਿੱਤੀ ਗੁਰੂਆਂ ਦੀ। ਔਰ ਇਹ ਜ਼ਿਕਰ ਕੀਤਾ ਭਗਤ ਰਵਿਦਾਸ ਜੀ ਦਾ। ਭਗਤ ਰਵਿਦਾਸ ਕਹਿੰਦੇ ਮੇਰੇ ਨਾਲ ਧੱਕਾ ਹੋਇਆ। ਤਰਤਾਰ ਅਪਵਿੱਤਰ ਕਰ ਮਾਨੀਆਂ ਰੇ ਜੈਸੇ ਕਾਗਰਾ ਕਰਤ ਵਿਚਾਰਨ। ਯੂਪੀ ਤੇ ਬਿਹਾਰ ਦੇ ਵਿੱਚ ਸ਼ਰਾਬ ਦੇ ਤਾੜ ਦੇ ਰੁੱਖ ਲੱਗੇ ਹੁੰਦੇ ਆ। ਕਹਿੰਦੇ ਜਿਹੜੇ दारू ਪੀਣ ਵਾਲੇ ਸਵੇਰੇ ਸਵੇਰੇ ਉੱਤੇ ਚੜ ਜਾਂਦੇ ਸ਼ਰਾਬ ਕੱਢਣ ਲਈ। ਕਹਿੰਦੇ ਜਿਹੜੇ ਵਿਪਰ ਬੰਦਗੀ ਕਰਨ ਵਾਲੇ ਪੰਡਿਤ ਬ੍ਰਾਹਮਣ ਹੁੰਦੇ ਨਾ, ਉਸ ਰਸਤੇ ਤੋਂ ਨਹੀਂ ਨਿਕਲਦੇ ਜਿੱਥੇ ਤਾੜ ਦੇ ਰੁੱਖ ਲੱਗੇ ਹੁੰਦੇ। ਕਹਿੰਦੇ ਕਿਉਂ? ਕਹਿੰਦੇ ਇਹ ਰੱਬ ਦੀ ਬੰਦਗੀ 'ਚ ਵਿਘਨ ਪਾਉਂਦੇ, ਮੁਸ਼ਕ ਹੈ, ਗੰਦਗੀ ਹੈ। ਕਹਿੰਦੇ ਸਮਝੋ ਜੋ ਤਾੜ ਦੇ ਰੁੱਖਾਂ ਨਾਲ ਹਾਲ ਕੀਤਾ, ਰਵਿਦਾਸ ਨਾਲ ਵੀ ਉਹ ਹਾਲ ਕੀਤਾ। ਕਹਿੰਦੇ ਜਿਵੇਂ ਤਾੜ ਦੇ ਰੁੱਖਾਂ ਨੂੰ ਕਿਹਾ ਨਾ ਕਿ ਇਹ ਮਾੜੇ ਨੇ, ਕਹਿੰਦੇ ਰਵਿਦਾਸ ਨੂੰ ਵੀ ਉਹ ਧੱਕਾ ਮਾਰਿਆ, ਇਹੀ ਹਾਲ ਕੀਤਾ ਕਿ ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ, ਨਿਤ ਹੈ ਬਨਾਰਸੀ ਆਸ ਪਾਸਾ। ਬਨਾਰਸ ਦੀਆਂ ਗਲੀਆਂ ਵਿੱਚ ਮੈਨੂੰ ਮਾੜਾ ਆਖਿਆ ਗਿਆ। ਤਰਤਾਰ ਅਪਵਿੱਤਰ ਕਰਮਾਨੀਆਂ ਰੇ ਜੈਸੇ ਕਾਗਰਾ ਕਰਤ ਵਿਚਾਰਨ। ਪਰ ਕਹਿੰਦੇ ਜੇ ਤਾੜ ਦੇ ਰੁੱਖ ਨੂੰ, ਉਹਦੇ ਪੱਤੇ ਨੂੰ ਸੁਕਾ ਕੇ ਕਾਗਜ਼ ਬਣਾ ਕੇ ਕੋਈ ਉਹਦੇ ਉੱਤੇ ਰਾਮ ਲਿਖ ਦੇ, ਰਾਮ ਦਾ ਰੱਬ ਦਾ ਨਾਮ ਲਿਖ ਦੇ, ਫਿਰ ਉਹੀ ਤਾੜ ਦੇ ਰੁੱਖ ਦੇ ਪੱਤੇ ਦੇ ਕਾਗਜ਼ ਨੂੰ ਵੀ ਪੂਜਿਆ ਜਾਂਦਾ ਹੈ। ਕਹਿੰਦੇ ਮੈਨੂੰ ਧੱਕੇ ਪੈਂਦੇ ਸੀ ਪਰ ਮੈਂ ਆਪਣੇ ਹਿਰਦੇ ਉੱਤੇ ਪ੍ਰਭੂ ਦਾ ਨਾਮ ਲਿਖ ਲਿਆ। ਉਹੀ ਲੋਕ ਜਿਹੜੇ ਮੈਨੂੰ ਧੱਕਾ ਮਾਰਦੇ ਸੀ, ਅੱਜ ਮੇਰੀ ਕੁਟੀਆ ਦੇ ਬਾਹਰ ਡੰਡੇ ਵੱਤ ਬਿਲਕੁਲ ਲੇਟ ਕੇ ਜ਼ਮੀਨ ਤੇ ਕਹਿੰਦੇ ਰਵਿਦਾਸ ਮੈਨੂੰ ਦੀਦਾਰ ਦੇ, ਹੋ ਸਕਦਾ ਤੇਰੇ ਦਰਸ਼ਨਾਂ ਵਿੱਚੋਂ ਮੈਨੂੰ ਰੱਬ ਦੇ ਦੀਦਾਰ ਹੋ ਜਾਣ। ਅਬ ਵਿਪਰ ਪ੍ਰਧਾਨ ਤਹਿ ਕਰੇ ਡੰਡੌਤ, ਤੇਰੇ ਨਾਏ ਸ਼ਰਨ ਆਏ ਰਵਿਦਾਸ ਦਾਸਾ। ਇਹੀ ਕੁਝ ਇਸ ਧਰਤੀ ਤੇ ਨਾਮਦੇਵ ਨਾਲ ਹੋਇਆ। ਮਾਂ ਨੂੰ ਬੁਲਾਇਆ ਗਿਆ। ਮਾਂ ਕਹਿੰਦੀ ਤੈਨੂੰ ਰੱਬ ਦਾ ਵਾਸਤਾ, ਤੇਰਾ ਬੀਠੁਲ ਤੇ ਸਾਰਿਆਂ ਵਿੱਚ ਵਸਦਾ ਹੈ, ਕਹਿ ਦੇ ਖੁਦਾ। ਕਹਿੰਦੇ ਧੱਕੇ ਨਾਲ ਨਹੀਂ ਕਵਾਂਗਾ। ਧਰਮ ਦੀ ਆਜ਼ਾਦੀ ਤੇ ਆਂਚ ਆਏਗੀ, ਮਨੁੱਖਤਾ ਦੀ ਆਜ਼ਾਦੀ ਤੇ ਆਂਚ ਆਏਗੀ, ਮੈਂ ਧੱਕੇ ਨਾਲ ਨਹੀਂ ਕਵਾਂਗਾ। ਤੇ ਕਿਹਾ ਛੋੜ ਰਾਮ ਕੀ ਨਾ ਭਜੈ ਖੁਦਾਏ। ਤੇ ਕਹਿੰਦੇ ਨਾ ਮੈਂ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਗੱਲ ਖਤਮ। ਜੇ ਤੂੰ ਧੱਕਾ ਕਰੇਂਗੀ ਮੇਰੇ ਨਾਲ, ਫਿਰ ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਪੁੱਤਰ ਨਹੀਂ, ਸਿੱਧੀ ਜੀ ਗੱਲ। ਕਹਿੰਦੇ ਫਿਰ ਛੋੜ ਰਾਮ ਕੀ ਨਾ ਭਜੈ ਖੁਦਾਏ, ਭੱਜ ਦੇ। ਕਹਿੰਦੇ ਨਹੀਂ, ਪਰ ਜਿਸ ਵੇਲੇ ਆਪਣੀ ਮੌਜ ਵਿੱਚ ਆਏ, ਆਪਣੇ ਆਨੰਦ ਵਿੱਚ ਆਏ, ਇੱਕ ਇੱਕ ਅੱਖਰ ਉਹ ਗਾਇਆ ਜਿਹੜਾ ਕੁਰਾਨ ਦੇ ਵਿੱਚ ਹੈ। ਮੈਂ ਅੰਦੋਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਦਾ। ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਸੱਚ। ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜ਼ੂਰ ਦਰਪੇਸ਼ ਤੂੰ ਮਨੀ। ਇਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਪੂਰਨ ਦੀਦਾਰ। ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਣਗੇ। ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਸ਼ਬਦ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਣਗੇ। ਕੋਈ ਫਰਕ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਦੇਖੋ ਕਿੰਨੇ ਕੁ ਭਗਤਾਂ ਦੀ ਗੱਲ ਕਰੀਏ ਤੇ ਗੁਰੂ ਅਰਜਨ ਸਾਹਿਬ ਨੂੰ ਕਹਿਣਾ ਪੈ ਗਿਆ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਜਿਸ ਨਾਮਦੇਵ ਨੂੰ ਹਸਤ ਖਿਲਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹੀਨਰੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਲੈ ਕਮਲੀ ਚਲਿਓ ਪਲਟਾਏ, ਦੇਹਰੇ ਪਾਛੈ ਬੈਠਾ ਜਾਏ।
ਜਿਉਂ ਜਿਉਂ ਨਾਮਾ ਜਪੋ, ਜਿਉਂ ਜਿਉਂ ਨਾਮਾ। ਸਿਰਫ ਸਾਰੀ ਤਾਕਤ ਪ੍ਰਭੂ ਦੀ ਬੰਦਗੀ ਦੀ ਹੈ, ਰੱਬ ਦੇ ਨਾਮ ਦੀ ਹੈ। ਜੇ ਕੋਈ ਰੱਬ ਦਾ ਨਾਮ ਜਪੇ ਤੇ ਕੱਲੇ ਮਤੀਦਾਸ, ਸਤੀਦਾਸ ਤੇ ਦਿਆਲਾ ਇੱਕ ਵਾਰੀ ਨਹੀਂ, ਇਸ ਸਦੀ ਦੇ ਵਿੱਚ, ਸਦੀਆਂ ਦੇ ਵਿੱਚ ਰਹਿੰਦੀ ਧਰਤੀ ਤੱਕ ਸਤੀਦਾਸ, ਮਤੀਦਾਸ ਤੇ ਦਿਆਲਾ ਜੀ ਹੋਣਗੇ, ਜਿੰਨਾ ਚਿਰ ਤੱਕ ਉਹਨਾਂ ਦੇ ਹਿਰਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਣ ਹੋਣਗੇ। ਇਹ ਸਦਾ ਹੀ ਰਹਿਣਗੇ। ਤੇ ਦਿਹੋਰਾ ਪਲਟ ਗਿਆ, ਕੀ ਕੁਛ ਨਹੀਂ ਹੋਇਆ। ਸੈਣ ਨਾਈ ਦਾ ਜ਼ਿਕਰ ਕੀਤਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਹੋਰਾ ਫਿਰੈ। ਇਹੀ ਗੋਬਿੰਦ ਗੋਬਿੰਦ ਜਪੋ ਜੀ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾਰਾ ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਹਿਰਦੈ ਵਸਿਆ ਪਾਰ ਬ੍ਰਹਮ ਹਰ ਦਰਸ਼ਨ ਪਾਇਆ। ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਪ੍ਰਗਟ ਹੋਆ ਸਾਧ ਸੰਗ ਭਗਤਾਂ ਮਹਿ ਗਣਿਆ। ਇਹ ਵਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ, ਕਹਿੰਦੇ ਮਿਲੈ ਪ੍ਰਤੱਖ ਗੁਸਾਈਆਂ ਧੰਨਾ। ਧੰਨੇ ਨੇ ਜਦ ਇਹ ਗੱਲ ਸੁਣੀ ਤੇ ਉਹ ਬੰਦਗੀ 'ਚ ਲੱਗ ਗਿਆ। ਤੇ ਗੁਰੂ ਕੇ ਸਿੱਖੋ, ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸੁਣ ਰਹੇ ਹੋ ਤੇ ਕਿਉਂ ਨਾ ਭਗਤੀ ਵਿੱਚ ਲੱਗੋ। ਜੇ ਹੁਣ ਨਹੀਂ ਲੱਗੇ ਤੇ ਫਿਰ ਕਦੀ ਨਹੀਂ ਲੱਗੋਗੇ। ਜੇ ਇਹ ਵਿਦ ਸੁਣ ਕੇ ਵੀ ਅੰਦਰ ਬੰਦਗੀ ਪੈਦਾ ਨਹੀਂ ਹੋਈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਹਦੇ ਅੰਦਰ ਸੱਚੇ ਗੁਣ ਨੇ ਉਹ ਭਗਵਾਨ ਦੀ ਮੂਰਤ ਹੈ। ਮਹਾਰਾਜ ਜੀ ਦਾ ਬਚਨ, ਸੁਖ ਦੁੱਖ ਜਿਹੇ ਪਰਸੈ ਨਹੀਂ, ਜਪੋ ਜੀ ਸੁਖ ਦੁੱਖ ਜੇ। ਇਹ ਗੁਣ ਹੋਣੇ ਚਾਹੀਦੇ। ਅਸਲ ਦੇ ਵਿੱਚ ਰੱਬ ਦੀ ਸਭ ਤੋਂ ਵੱਡੀ ਨਿਸ਼ਾਨੀ ਕੋਈ ਭੇਖ ਨਹੀਂ ਹੈ। ਰੱਬ ਦੀ ਵੱਡੀ ਨਿਸ਼ਾਨੀ ਕੋਈ ਤਾਕਤ ਨਹੀਂ ਹੈ, ਕੋਈ ਮਹਿਲ ਮਾੜੀਆਂ, ਕੋਈ ਫੌਜਾਂ ਨਹੀਂ। ਰੱਬ ਦੀ ਵੱਡੀ ਨਿਸ਼ਾਨੀ ਹੈ ਜਿਹਦੇ ਅੰਦਰ ਰੱਬੀ ਗੁਣ ਹੋਣ, ਜਿਹਨੂੰ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ। ਜੇ ਕੋਈ ਮੇਰੀ ਉਸਤਤ ਕਰੇ ਨਾ, ਸਾਰੀ ਰਾਤ ਮੈਨੂੰ ਉਸਤਤ ਕਰਕੇ ਵੀ ਨੀਂਦ ਨਹੀਂ ਆਏਗੀ। ਤੇ ਜੇ ਕੋਈ ਨਿੰਦਾ ਕਰਦੇ, ਸਾਰੀ ਰਾਤ ਮੈਂ ਕਚੀਚੀਆਂ ਵੜਦਾ ਰਹਾਂਗਾ। ਉਸਤਤ ਵੀ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਤੇ ਨਿੰਦਾ ਵੀ ਸਾਨੂੰ ਸਾੜ ਕੇ ਰੱਖ ਦਿੰਦੀ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਐਡਾ ਤਗੜਾ ਗੁਣ ਹੋਏ, ਨਾ ਉਸਤਤ ਮਨ ਨੂੰ ਸਪਰਸ਼ ਕਰੇ ਤੇ ਨਿੰਦਾ ਕੁਛ ਨਾ ਕੁਛ ਨਿੰਦਾ ਵਿਗਾੜ ਸਕੇ। ਇਹਨੂੰ ਹੀ ਕਿਹਾ ਸੁਖ ਦੁੱਖ ਜਿਹੇ ਪਰਸੈ ਨਹੀਂ, ਲੋਭ ਮੋਹ ਅਭਿਮਾਨ ਜਪੋ, ਸੁਖ ਦੁੱਖ ਜਿਹੇ ਪਰਸੈ ਨਹੀਂ। ਪਰਸੈ ਦਾ ਮਤਲਬ ਮਨ ਨੂੰ ਸਪਰਸ਼ ਨਾ ਕਰਨ। ਲੋਭ ਮੋਹ ਅਭਿਮਾਨ। ਤੇ ਮਹਾਰਾਜ ਕਹਿੰਦੇ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਕਹਿੰਦੇ ਰੱਬ ਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ, ਤੇ ਰੱਬ ਦੇ ਦਰਸ਼ਨ ਸਿੱਧੇ ਪ੍ਰਤੱਖ ਨੇ, ਜਿਹਦੇ ਅੰਦਰ ਸੁਖ ਤੇ ਦੁੱਖ ਹੀ ਨਾ ਸਪਰਸ਼ ਕਰੇ, ਜਿਹਦੇ ਅੰਦਰ ਲੋਭ ਮੋਹ ਅਭਿਮਾਨ ਦਾ ਰੰਚਕ ਮਾਤਰ ਵੀ ਮਹਾਰਾਜ ਜੀ ਕਹਿੰਦੇ ਫੁਰਨਾ ਨਾ ਹੋਏ, ਉਹ ਮੂਰਤ ਹੈ। ਤੇ ਮਹਾਰਾਜ ਕਹਿੰਦੇ ਉਸਤਤ ਨਿੰਦਿਆ ਨਾਹਿਨ ਜੈ, ਕੰਚਨ ਲੋਹ ਸਮਾਨ ਜਪੋ ਜੀ ਉਸਤਤ ਨਿੰਦਿਆ ਨਾਹਿਨ ਜੈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰ ਕ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ। ਬਿਲਕੁਲ ਨਿਰਲੇਪ ਇਹ ਹੈ ਗੁਣ। ਮਹਾਰਾਜ ਕਹਿੰਦੇ ਛੱਡੋ ਸਾਰੀਆਂ ਚੀਜ਼ਾਂ। ਗੁਰੂ ਨਾਨਕ ਸਾਹਿਬ ਦੀ ਪਹਿਲੀ ਗੱਲ ਹੈ, ਜਨੇਊ ਪਾਉਣ ਲੱਗੇ ਤੇ ਪੰਡਤ ਜੀ ਨੂੰ ਕਹਿੰਦੇ, ਹਰਦਿਆਲ ਜੀ ਦਇਆ ਦਿਓ, ਦੇ ਸਕਦੇ ਹੋ, ਸੰਤੋਖ ਦੇ ਸਕਦੇ ਹੋ, ਜਤ ਤੇ ਸਤ ਦੇ ਸਕਦੇ ਹੋ। ਜੋਗੀਆਂ ਕੋਲ ਗਏ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ, ਰੱਬ ਦੀ ਬੰਦਗੀ ਕਰਨ ਵਾਲੇ ਲੋਕਾਂ ਕੋਲ ਗਏ ਤੇ ਕਿਹਾ ਜੀ ਇਹ 3 ਗੁਣ ਦੇ ਸਕਦੇ ਹੋ ਤੇ ਮੈਂ ਤੁਹਾਡੇ ਅੱਗੇ ਸਿਰ ਝੁਕਾ ਦਾਂਗਾ। ਕਿਹੜੇ ਗੁਣ? ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿਨੀ ਗੁਣੀ, ਜਪੋ ਜੀ ਸਹਿਜ ਸੰਤੋਖ, ਸ਼ਿੰਗਾਰਿਆ ਮਿੱਠਾ ਬੋਲਣੀ। ਇਹ ਗੁਣ ਦੇ ਸਕਦੇ ਹੋ। ਇਹ ਗੁਣ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ। ਇਹ ਜੀਵਨ ਹੈ ਕਿ ਕੋਈ ਬਾਹਰ ਦਾ ਸ਼ਿੰਗਾਰ ਨਹੀਂ, ਕਿ ਕਿਹੜਾ ਸ਼ਿੰਗਾਰ ਕਰਾਂ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੇ ਵੇਸੋ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੈ ਕੰਤ। ਜੇ ਰੱਬ ਨੂੰ ਹਿਰਦੇ 'ਚ ਵਸਾਉਣਾ, ਨਿਵਣ ਸੋ ਅੱਖਰ ਖਵਣ ਗੁਣ। ਕਿੱਥੇ ਨਹੀਂ ਕਿਹਾ ਬਾਹਰ ਦਾ ਚਿੰਨ, ਕਿੱਥੇ ਨਹੀਂ ਕਿਹਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿ ਇਹ ਚਿੰਨ ਪਾ ਲੈ ਤੇ ਤੈਨੂੰ ਰੱਬ ਬਣਾ ਦਾਂਗੇ। ਨਹੀਂ, ਸਤਿਗੁਰੂ ਜੀ ਕਹਿੰਦੇ ਅੰਦਰ ਉਸਤਤ ਨਿੰਦਿਆ ਨਾਹਿਨ ਜਹ, ਕੰਚਨ ਲੋਹ ਸਮਾਨ। ਮਿੱਟੀ ਤੇ ਸੋਨਾ ਇੱਕ ਕਰਕੇ ਕੋਈ ਮੰਨ ਸਕਦਾ? ਮੈਂ ਵੀ ਬੋਲ ਰਿਹਾ, ਮੈਂ ਵੀ ਨਹੀਂ ਮੰਨ ਸਕਦਾ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਬਲਹਾਰ ਜਾਈਏ ਤੁਹਾਡੇ ਚਰਨਾਂ ਤੋਂ। ਜਿਨ੍ਹਾਂ ਨੇ ਤੁਹਾਡੇ ਦੀਦਾਰ ਕੀਤੇ, ਜਿਨ੍ਹਾਂ ਨੇ ਤੁਹਾਡੀ ਸੰਗਤ ਕੀਤੀ, ਉਹਨਾਂ ਨੇ ਵੀ ਕੰਚਨ ਤੇ ਲੋਹ ਸਮਾਨ ਕਰਕੇ ਦੇਖ ਲਿਆ।
उस्तत निंदिया नाहिंद जेह कंचन लो समान, कहो नानक सुन रे मना, मुक्त ताहे ते जान। वो मुक्त है जिदे अंदर ये सारा कुछ खत्म हो गया। ते अगे हरख सोग जाके नहीं, बैरी मीत समान। नहीं जी, साडा ते वो वैरी है ते साडा मित्र है। पर गुरु अर्जुन साहब कहते जे मन दे विच मित्रता ते दुश्मनी रखोगे, कदी भी रब की बंदगी नहीं कर सकोगे। सुखमनी साहब ते पढ़ते हो ना, जब धारै को बैरी मीत, ते असीं कहिए महाराज जी नहीं नहीं मित्र बना लीए। सतगुरु गुरु अर्जुन साहब कहते दुश्मनों तो बिना मित्र हो ही नहीं सकते। इक्को जी नज़र दे नाल सतगुरु गुरु तेग बहादुर साहब देख रहे हैं। ਉਹੀ लोग जिन्हां लोगों ने गुरु हरगोबिंद साहब जी का पल्ला फड़ के एक ग्वालियर के किले तो बंद खलासी करवाई, उन्हां ही लोगों ने आके सतगुरु गुरु हरकृष्ण साहब महाराज जी के खिलाफ मुगल सल्तनत के कन भरे। उन्होंने ही सतगुरु गुरु तेग बहादुर साहब के खिलाफ भड़काया। पर सतगुरु जी ने कहा नहीं, हरक सोग जाकै नहीं, बैरी मीत समान, कहो नानक सुन रे मना, मुकत ताहे ते जान। वो मुकत है। ते दो गल्लां करके मैं खिमा दे जाचना वाल तुरांगा। महाराज कहते जिस हिरदे दे अंदर सिमरन आ गया ना, गुरु तेग बहादुर साहब कहते रब विच ते उहदे विच कोई भेद नहीं। जेहे घट सिमरन राम को, सो नर मुक्ता जान। किड्डी कमाल दी गल जपो जी। जेहे घट सिमरन राम को, सो नर मुक्ता जान। हर जन हर अंतर नहीं, नानक साची मान। कहते कोई भेद नहीं जिदे अंदर सिमरन आ गया, जिदे अंदर इबादत आ गई। जिथे गुरु तेग बहादुर साहब जी का स्थान है ना, एक निशानी रूप दे विच भोरा बनया होया। उन्हां दा घर भोरा साहब, बाबा बकाला भोरा साहब, अमृतसर। एक कला कोई दिखदा पसारा जां कर्म कांड नहीं, एक निशानी है सिमरन दी। जे गुरु तेग बहादुर नूं सिमरेगा गुरु के सिखा, ते तेरे अंदर तेग बहादुर सिमरिया कर नौ निदे। ओ दुनिया दे बंदा तू ये की सोचदा, तू मनुख है ते रब नूं चेते करेगा, रब तेरी बांह फड़ेगा। इस धरती ते कोई हाथी, कोई घोड़ा, कोई पशु भी चेते करे, रब उन्हों भी बचाउण आउंदा है। ये सतगुरु गुरु तेग बहादुर साहब दा बचन सुनो। बल छुटकियो बंधन परे, कछु ना होत उपाय, कहो नानक अब ओट हर गज। गज किनू कहंदे? हाथी नूं। हाथी नूं तेंदुए ने फड़ लिया, छुटिया नहीं अपनी ताकत नाल। गुरु तेग बहादुर साहब कहंदे इस धरती ते सब तो ताकतवर जे कोई है ते हाथी है। वो भी जे अपनी ताकत नाल नहीं बच सकिया, ते उन्हें भी जद देखिया कि सारी ताकत मेरी निहफल गई है, उन्हें भी रब दे चरनां च फुल अर्पित किया। ते बंदिया तेरी कितनी ताकत है? पांच तत्व को तन रचियो, जानो चतुर सुजान। तू इस मिट्टी दे तन उत्ते मान करदा है, जिहड़ा कल नूं खिंद दे विच फना होने वाला है। चेतना है तो चेत लै निस दिन मह प्राणी, छिन छिन औद बेहाद है, फूटे घट ज्यों पानी। बाहरों भांडे च छेद हो जाए ना, 100 लीटर भी तेल होए लीक हो जाता है। पर महाराज कहते इस भांडे विच उस दिन छेद हो गया जिस दिन साडा जन्म होया सी। ते तू हुण कादा मान करदा है? ये तो घटदा जा रहा है। औद घटै दिन सरैण आरे, मन गुरमिल। ते गुरु तेग बहादुर साहब कहते जे कोई हाथी भी चेते करे, बल छुटकियो बंधन परे, कछु ना होत उपाए, जपो जी कहो नानक अब ओट हर गज ज्यों हो सहाय। जे तू चेते करेगा, जे घट सिमरन राम को, सोनर मुक्ता जान, ते फिर रब ऐसी बरकत देगा। बल हुआ बंधन छुटे, सब किछ होत उपाए, नानक सब किछ तुमरा हाथ में, तुम ही होत सहाय। इस धरती ते सवेरे भी बेनती की, इथे इस धरती ते कोई नहीं गया रहा। राम गयो रावण गयो जाको, पर रहा कौन है? नाम रहो साधु रहो, रहो गुर। गुर कहते गुरु, गुरु दे रारे नूं औंकड़ है। ते अगला है गोबिंद वाहिगुरु। ये चार शह रह सकदियां ने, होर कुछ नहीं रह सकता। सिखो अज गुरु तेग बहादुर साहब की शहीदी ते भट्ट चांद कहते हैं सामने खड़े ने मती दास। ते जेड़ी बचन कबीर साहब कहते हैं ना बाणी दे विच,
ਕਬੀਰ ਸਾਹਿਬ ਦੀ ਬਾਣੀ, ਕਬੀਰ ਸਾਹਿਬ ਦੇ ਬਚਨਾਂ ਨੂੰ ਜੇ ਕਿਸੇ ਨੇ ਸੱਤ ਕਰਕੇ ਕਮਾਇਆ ਤੇ ਭਾਈ ਮਤੀ ਦਾਸ ਜੀ ਨੇ ਕਮਾਇਆ। ਕਿਵੇਂ? ਕਬੀਰ ਸਾਹਿਬ ਕਹਿੰਦੇ ਕਰਵਤ ਭਲਾ ਨਾ ਕਰਵਟ ਤੇਰੀ। ਜਪੋ ਜੀ, ਕਰਵਤ ਭਲਾ। ਕਰਵਤ ਕਹਿੰਦੇ ਮੂੰਹ ਫੇਰ ਲੈਣਾ ਤੇ ਕਰਵਟ ਕਹਿੰਦੇ ਆਰਾ। ਉਹ ਮੇਰੇ ਗੁਰੂ, ਤੂੰ ਮੇਥੋਂ ਮੁਖ ਫੇਰ ਲੈ, ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ। ਤੂੰ ਮੇਰੇ ਸਨਮੁਖ ਹੋਏ, ਭਾਵੇਂ ਮੈਨੂੰ ਕੋਈ ਆਰੇ ਦੇ ਨਾਲ ਚੀਰ ਦੇ। ਕਬੀਰ ਸਾਹਿਬ ਨੇ ਬਚਨ ਕੀਤਾ। ਮਤੀ ਦਾਸ ਕਹਿੰਦੇ ਕਿ ਦੱਸੋ ਆਰਾ? ਕਹਿੰਦੇ ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ। ਕਹਿੰਦੇ ਦੁਨੀਆ ਦੇ ਲੋਕੋ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਏ। ਕਹਿੰਦੇ ਇਹ ਆਰਾ ਮੈਨੂੰ ਚੰਗਾ। ਤੇ ਕਹਿੰਦੇ ਆਖਰੀ ਖੁਆਇਸ਼, ਕਹਿੰਦੇ ਖੁਆਇਸ਼ ਸੁਣੋ ਫਿਰ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹਾਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਗੁਰੂ ਦੇ ਸਨਮੁਖ ਮੁਖ ਕਰੋ। ਜਿੰਦਾ ਜਲਾਇਆ ਗਿਆ ਭਾਈ ਸਤੀ ਦਾਸ ਜੀ ਨੂੰ ਰੂਹ 'ਚ ਲਪੇਟ ਕੇ, ਤੇ ਸਾਰਾ ਥੋੜੀ ਸਰੀਰ ਸੜਿਆ ਹੋਏਗਾ। ਅੱਧ ਸੜਿਆ ਸਰੀਰ ਚਾਂਦਨੀ ਚੌਂਕ ਵਿੱਚ ਛੱਡ ਕੇ ਭੱਜੇ ਸੀ, ਗਏ ਸੀ। ਭਾਈ ਦਿਆਲਾ ਜੀ ਬਜ਼ੁਰਗੀ ਉਮਰ ਭਾਈ ਮਨੀ ਸਿੰਘ ਜੀ ਦੇ ਭਰਾਤਾ, ਜਦ ਉਹਨਾਂ ਨੂੰ ਦੇਗ ਵਿੱਚ ਉਬਾਲਿਆ ਗਿਆ ਤੇ ਉਤੋਂ ਢੱਕਤਾ ਗਿਆ ਸੀ। ਚਮੜੀ ਅਲੱਗ, ਹੱਡੀਆਂ ਅਲੱਗ, ਸਾਰੀ ਦੇ ਖੇਰੂ ਖੇਰੂ ਸੀ ਪਾਣੀ ਦੇ ਅੰਦਰ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਸਨਮੁਖ ਡਰਾਇਆ ਗਿਆ ਕਿ ਹੁਣ ਵੀ ਕਬੂਲ ਕਰੋ। ਮਹਾਰਾਜ ਕਹਿੰਦੇ ਕਦੀ ਵੀ ਕਬੂਲ ਨਹੀਂ ਹੈ। ਜੇ ਕਰਾਮਾਤ ਦਿਖਾਵਾਂਗੇ ਤੇ ਅੰਦਰੋਂ ਦੀਨ ਡੋਲੇਗਾ, ਜੇ ਈਨ ਕਬੂਲ ਕਰਾਂਗੇ ਤੇ ਆਤਮਾ ਡੋਲੇਗੀ। ਕਹਿੰਦੇ ਇੱਕੋ ਚੀਜ਼ ਕਬੂਲ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੜਿਆਸ, ਹੋਂ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਰਾਇਆ ਗਿਆ। ਸੈयद ਜਲਾਲੂਦੀਨ ਜਲਾਦ ਕਹਿੰਦੇ ਤੇਗ ਤਿੱਖੀ ਕਰਦਾ, ਤਲਵਾਰ ਤਿੱਖੀ ਕਰਦਾ। ਕਹਿੰਦੇ ਡਰ ਨਹੀਂ ਲੱਗਦਾ ਇਸ ਧਾਰ ਤੋਂ। ਉਹ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ, ਉਹ ਜਲਾਲੂਦੀਨ ਕਹਿ ਦੇ ਆਪਣੇ ਬਾਦਸ਼ਾਹ ਨੂੰ, ਤੂੰ ਕੀ ਮੈਨੂੰ ਤਲਵਾਰ ਦਿਖਾ ਕੇ ਡਰਾਉਂਦਾ? ਮੇਰਾ ਨਾਮ ਹੀ ਤੇਗ ਬਹਾਦਰ ਹੈ। ਤੂੰ ਕੀ ਡਰਾਉਂਦਾ ਮੈਨੂੰ ਤਲਵਾਰ ਦਿਖਾ ਕੇ? ਉਥੇ ਜ਼ਿਕਰ ਕੀਤਾ ਗੁੰਚਾ ਕਵੀ ਨੇ ਰੋਪੜ ਤੋਂ, ਮੈਂ ਵੀ ਤੇਗ ਹਾਂ, ਕੱਢ ਲੈ ਤੇਗ ਤੂੰ ਵੀ, ਪਰਖ ਲੈ ਇੱਕ ਨਹੀਂ ਲੱਖਾਂ ਤੇਗਾਂ। ਮੈਨੂੰ ਲਕਵਾ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ। ਉਹ ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਜਦੋਂ ਦੇਖੀ ਆਪਣੇ ਪਿਤਾ ਦੀਆਂ ਦੋ ਤੇਗਾਂ, ਮੀਰੀ ਤੇ ਪੀਰੀ ਗੁਰੂ ਹਰਗੋਬਿੰਦ ਸਾਹਿਬ। ਉਹ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਪਰਖਦਾ ਰਿਹਾ ਤੇਰਾ ਪਿਓ ਤੇਗਾਂ। ਉਹ ਔਰੰਗਜ਼ੇਬ ਪੁੱਛ ਆਪਣੇ ਪਿਤਾ ਜਹਾਂਗੀਰ ਤੋਂ, ਆਪਣੇ ਦਾਦੇ ਜਹਾਂਗੀਰ ਤੋਂ। ਤੇਰੇ ਦਾਦੇ ਜਹਾਂਗੀਰ ਨੇ 4 ਜੰਗਾਂ ਲੜੀਆਂ, ਚਾਰੋਂ ਦੀਆਂ ਚਾਰੋਂ ਮੇਰੇ ਦਾਦੇ ਨੇ ਹਰਾਇਆ ਤੈਨੂੰ। ਇਹ ਦੇਖੋ, ਦਾਦਾ ਗੁਰੂ ਹਰਗੋਬਿੰਦ ਸਾਹਿਬ ਤੇ ਸਾਹਮਣੇ ਦਾਦਾ ਜਹਾਂਗੀਰ, ਪੋਤਾ ਗੁਰੂ ਤੇਗ ਬਹਾਦਰ ਸਾਹਿਬ ਤੇ ਜਹਾਂਗੀਰ ਦਾ ਪੋਤਾ ਔਰੰਗਜ਼ੇਬ। ਦਾਦੇ ਦੀ ਦਾਦੇ ਨਾਲ ਜੰਗ ਸੀ ਤੇ ਪੋਤੇ ਦੀ ਪੋਤੇ ਨਾਲ ਜੰਗ ਹੈ। ਮੈਂ ਵੀ ਤੇਗ ਹਾਂ, ਪਰਖ ਲੈ ਤੇਗ ਤੂੰ ਵੀ, ਪਰਖ ਲੈ ਇੱਕ ਨਹੀਂ ਲੱਖਾਂ ਤੇਗਾਂ। ਮੈਨੂੰ ਲਕਵਾ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਜਦੋਂ ਦੇਖੀ ਆਪਣੇ ਪਿਤਾ ਦੀਆਂ ਦੋ ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਪਰਖਦਾ ਰਿਹਾ ਤੇਰਾ ਪਿਓ ਤੇਗਾਂ। ਉਹ ਦੇਖੀ ਆਉਂਦੇ ਜਹਾਨ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ। ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲੈਣਗੀਆਂ ਤੇਰੀਆਂ ਖੋ ਤੇਗਾਂ। ਇਹ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ। ਇਹ ਹੈ ਸ਼ਹਾਦਤ ਦਾ ਸਿਖਰ। ਕਹਿੰਦੇ ਤੂੰ ਤੇਗ ਨਾਲ ਮੈਨੂੰ ਕੀ? ਇਸ ਧਰਤੀ ਤੇ ਜਿਹਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਗੁਣ ਨੇ, ਉਹਨੂੰ ਕੋਈ ਵੀ ਤਲਵਾਰ ਨਾਲ ਨਹੀਂ ਡਰਾ ਸਕਦਾ। ਉਹਨੂੰ ਕੋਈ ਤਲਵਾਰ ਤੇਗ ਨਾਲ ਨਹੀਂ ਡਰਾ ਸਕਦਾ। ਉਹਦੇ ਸਾਹਮਣੇ ਸਾਰੀਆਂ ਤਲਵਾਰਾਂ ਖੁੰਡੀਆਂ ਪੈ ਜਾਣਗੀਆਂ। ਇੱਥੇ ਤੇ 7 ਤੇ 9 ਸਾਲ ਦੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਿਆਂ ਨੇ ਇਹ ਕਿਹਾ ਕਿ ਨਾਮ ਕਾ ਅਜੀਤ ਹੂੰ, जीता नहीं जाऊंगा। इत्थे ते फिर साहबजादियां ने किया कि पिता दो इजाजत, हम जाएंगे मरने, भाई से बिछड़ के हमको जीना नहीं आता, खाना नहीं, पीना नहीं, सोना नहीं बाता। ते फिर गुरु गोबिंद सिंह साहब कहते हमने ही कहा था पिता से जान दी जाए धर्म पर, लो जाओ पुत्र, हम ही कहते हैं तुम्हें जान दी जाए धर्म पर। एक किस्सा इत्थे खत्म नहीं होया, ਇਹ ਕਿੱਸਾ ਅੱਗੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਗਿਆ। ਆਪ ਸਾਰਿਆਂ ਨੂੰ ਜਿੰਨੇ ਕਿ ਆਪ ਜੁੜ ਕੇ ਬੈਠੇ ਹੋ, ਮੈਂ 5-7 ਮਿੰਟ ਵੱਧ ਲਏ ਨੇ, ਬੜੀ ਦੂਰੋਂ ਆਇਆ, ਪਰ ਮੇਰੇ ਮਨ ਦਾ ਖਿਆਲ ਸੀ ਕਿ ਇਹ ਜਿਹੜਾ ਸਤਿਗੁਰੂ, ਇਹ ਕੋਈ ਭਾਵੁਕ ਕਰਨ ਲਈ ਨਹੀਂ, ਸੱਚੀ ਜਜ਼ਬਾ ਸੀ। ਇਸ ਤੋਂ ਵੱਡੀ ਕਰਾਮਾਤ ਕੀ ਹੋਏਗੀ? ਦਿਲ ਤੇ ਹੱਥ ਰੱਖ ਕੇ ਦੱਸੋ।
कहते करामात दिखाओ, ऐसी करामात कोई धरती ते नहीं दिखा सकता, भरे चौंक ते बह के धड़ अलग ते सीस अलग कोई करके दिखा दे, ऐसी कोई करामात नहीं। कहते जिदे धड़ का संस्कार दिल्ली ते होया ते सीस का आनंदपुर साहब होया। जिथों जिथों सीस लंघिया गुरु तेग बहादुर साहब जी की याद च सीसगंज बनते गए। ते अज भी गुरु के सिखो ये सच सदा ही वरतेगा, तेग बहादुर सिमरिया कर नौ निधि आवे तार, ये है। पर जिदे अंदर सिमरन नहीं ना, महाराज कहते ओदा जीवन सूकर ते सवान वर्गा है। इस करके गुरु तेग बहादुर साहब जी की बनाई हुई शहादत, ये शहादत के दिहाड़े गुरमुख प्यारे लुधियाने तो आप जी को कीर्तन सरवण कराउण आए ने। इको एक मकसद है प्रबंधकों का, कमेटी का, कि बस सानू गुरु चेते आ जाए, गुरु जी के गुण चेते आ जाए, सतगुरु भली करन। आप सारिਆਂ ਨੂੰ नमस्कार है, सारे मिल के सतगुरु गुरु तेग, क्योंकि कमाल की गल है गुरु तेग बहादुर साहब ਨੂੰ सिख खड़े होके आरा चल रहा है, रूह च सड़ रहे, देग च उबल रहे, धन गुरु तेग बहादुर साहब कह रहे, ते पिंजरे विच बैठ के गुरु तेग बहादुर साहब सिखां नूं देख के धन सिखी कह, धन धन आखी, धन धन आखी जीवन धन होएगा। समूचे तौर पर श्री गुरु ग्रंथ साहब जी का शुकराना, आप सारिया संगतां दा शुकराना, एक एक चरणा ते इस्तकबाल है। बड़े प्यार नाल आप जुड़ के बैठते हो, सारी अल्दवानी की संगत। मैं प्रबंधकां कमेटी, प्रबंधक कमेटी प्रधान साहब, सकत्तर साहब, जिन्हें भी साडे स्टाफ है इस गुरु नानकपुरी गुरुद्वारे का, मैं सारियां दा धन्नवाद करदा। आपने फिर दास नूं संगत की सेवा करन दा सुभाग बख्शिया, भैन जी होरां दा जिहड़े सदा ही प्यार करते हैं। समूचे तौर पर आप मेरियां भुलां गलतियां बख्श दो। और सिख न्यूज़ एक्सप्रैस चैनल पे ये यूट्यूब ते लाइव चल रहा है, SNE फेसबुक ते भी लाइव चल रहा है। आप इस सरवण बाद च कभी भी कर सकते हो। सो इन्निक भुलां दे नाल खिमा बख्शो, फतेह बुलाओ, आखो जी वाहिगुरू जी का खालसा, वाहिगुरू जी की फतेह।